ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਗੁਰ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹੈ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਸਾਧ ਸੰਗਤ ਜੀ, ਸਤਿਗੁਰੂ ਬਖਸ਼ਿਸ਼ ਕਰਦੇ ਹੈ ਕਿ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਮਨੁੱਖ ਆਏ ਹੈ ਨਾ, ਉਹ ਪਰਮਾਤਮਾ ਦੇ ਭੇਜੇ ਹੋਏ ਇੱਕ ਖੇਲ ਤਮਾਸ਼ਾ ਖੇਲਣ ਵਾਸਤੇ ਆਏ ਆ। ਔਰ ਪਰਮਾਤਮਾ ਨੇ ਇੱਕ ਖੇਲ ਖੇਲਿਆ ਹੈ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਜਾ ਕੇ ਮੈਨੂੰ ਲੱਭਣਾ ਹੈ। ਔਰ ਅੱਖਾਂ ਦੇ ਉੱਤੇ ਮਾਇਆ ਦੀ ਪੱਟੀ ਬੰਨ੍ਹ ਕੇ ਮਾਤ ਲੋਕ ਦੇ ਵਿੱਚ ਪਰਮਾਤਮਾ ਨੇ ਭੇਜ ਦਿੱਤਾ ਔਰ ਹੁਕਮ ਲਗਾ ਦਿੱਤਾ, ਇੱਕ ਵਿਧਾਨ ਬਣਾ ਦਿੱਤਾ ਪਰਮਾਤਮਾ ਨੇ ਕਿ ਜੋ ਪਰਮਾਤਮਾ ਨੂੰ ਯਾਦ ਕਰੇਗਾ, ਪਰਮਾਤਮਾ ਨੂੰ ਚੇਤੇ ਕਰੇਗਾ, ਜੋ ਪਰਮਾਤਮਾ ਨੂੰ ਲੱਭੇਗਾ, ਉਸ ਨੂੰ ਪਰਮ ਪਿਤਾ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋ ਜਾਏਗੀ, ਦਰਸ਼ਨ ਪ੍ਰਾਪਤ ਹੋ ਜਾਣਗੇ। ਪਰ ਜੋ ਪਰਮਾਤਮਾ ਦਾ ਵਿਸਾਰਾ ਕਰੇਗਾ ਔਰ ਮਾਇਆ ਦੇ ਖੇਲ ਦੇ ਵਿੱਚ ਮਸਤ ਹੋ ਕੇ ਆਪਣਾ ਜੀਵਨ ਜੀਵੇਗਾ, ਉਸ ਨੂੰ 84 ਲੱਖ ਜੂਨੀਆਂ ਦਾ ਭੋਗ ਭੋਗਣਾ ਪਵੇਗਾ। ਇਸ ਤਰ੍ਹਾਂ ਦੇ ਨਾਲ ਕਿਤੇ ਫਿਰ ਪਰਮਾਤਮਾ ਦੀ ਕਿਰਪਾ ਹੋਵੇ ਅਤੇ ਸਤਿਗੁਰੂ ਤੋਂ ਮਿਲਿਆ ਹੋਇਆ ਨਾਮ ਸਿਮਰਨ ਕਰਦਾ ਹੋਇਆ ਬੰਦਾ ਅਤੇ ਫਿਰ ਮਨੁੱਖਾ ਦੇਹੀ ਪ੍ਰਾਪਤ ਕਰ ਲਵੇ। ਇਹ ਗੁਰੂ ਦੀ ਕਿਰਪਾ ਹੈ ਕਿ ਉਸ ਨੂੰ ਫਿਰ ਗੁਰੂ ਆਪਣੀ ਕਿਰਪਾ ਕਰਕੇ ਫਿਰ ਪਰਮਾਤਮਾ ਨੂੰ ਮਿਲਣ ਦਾ ਵਸੀਲਾ ਬਣਾ ਦੇਵੇ, ਮਨੁੱਖਾ ਦੇਹੀ ਦੇ ਦੇਵੇ। ਗੁਰੂ ਸਾਹਿਬ ਕਹਿੰਦੇ ਨੇ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਦੇ ਗੋਬਿੰਦ ਨੂੰ ਮਿਲਣ ਵਾਸਤੇ ਪਰਮਾਤਮਾ ਕਿਤੇ ਫਿਰ ਬਖਸ਼ ਦੇਵੇ। ਹੁਣ ਗੁਰੂ ਸਾਹਿਬ ਕਹਿੰਦੇ ਵੀ ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਭਾਈ ਸੇਵਾ ਕਰਦਿਆਂ ਹੋਇਆਂ ਸੰਸਾਰ ਦੇ ਵਿੱਚ ਪਰਮਾਤਮਾ ਦੇ ਸਰੂਪਾਂ ਨੂੰ, ਕਿਉਂਕਿ ਪਰਮਾਤਮਾ ਏਕ ਤੋਂ ਅਨੇਕ ਹੋਇਆ ਔਰ ਅਨੇਕ ਜੋ ਸਰੂਪ ਹੈ ਉਸ ਦੇ ਇਸ ਸੰਸਾਰ ਦੇ ਵਿੱਚ ਜੋ ਜੀਵ ਵਸ ਰਹੇ ਹੈ, ਬੰਦੇ ਵਸ ਰਹੇ ਹੈ, ਮਨੁੱਖ ਵਸ ਰਹੇ ਹੈ, ਉਹ ਪਰਮਾਤਮਾ ਦਾ ਹੀ ਸਰੂਪ ਹੈ। ਕਿਉਂਕਿ ਉਸ ਦੇ ਅੰਤਰ ਹਿਰਦੇ ਦੇ ਵਿੱਚ ਆਤਮ ਰਾਮ ਜਿਹੜਾ ਵਸਿਆ ਹੋਇਆ ਹੈ ਔਰ ਪਰਮਾਤਮਾ ਹੀ ਆਪ ਇਹ ਖੇਲ ਖੇਲ ਰਿਹਾ ਹੈ, ਪਰਮਾਤਮਾ ਆਪ ਹੀ ਕਰ ਰਿਹਾ ਹੈ, ਪਰਮਾਤਮਾ ਆਪ ਹੀ ਭੁਗਤ ਰਿਹਾ ਹੈ, ਪਰਮਾਤਮਾ ਆਪ ਹੀ ਦੇਖ ਰਿਹਾ ਹੈ ਔਰ ਆਪ ਹੀ ਆਪਣੀ ਕਿਰਪਾ ਆਪਣੇ ਉੱਤੇ ਕਰਦਾ ਹੈ। ਪਰ ਗੁਰੂ ਦੀ ਮੱਤ ਲੈ ਕੇ ਜੋ ਰੂਹ ਗੁਰਮੁਖ ਹੋ ਜਾਂਦੀ ਹੈ, ਉਸ ਨੂੰ ਪਰਮਾਤਮਾ ਦੇ ਦਰਸ਼ਦਾਰੇ ਹੋ ਜਾਂਦੇ ਆ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ। ਹੁਣ ਸੇਵਾ ਕਰਤ ਹੋਏ ਨਿਹਕਾਮੀ, ਸੇਵਾ ਕਰੇ ਜੋ ਪ੍ਰਾਣੀ ਇਸ ਸੰਗਤ ਦੀ, ਇਸ ਸੰਸਾਰ ਦੇ ਵਿੱਚ ਜੋ ਅਨੇਕ ਰੂਪ ਹੋ ਕੇ ਪਰਮਾਤਮਾ ਵਸਿਆ ਹੋਇਆ, ਉਸ ਦੀ ਸੇਵਾ ਕਰੇ ਨਿਹਕਾਮੀ ਹੋ ਕੇ, ਮਨ ਦੇ ਵਿੱਚ ਕੋਈ ਕਾਮਨਾ ਨਾ ਹੋਵੇ, ਅਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਹੇ ਬੰਦਿਆ, ਤੂੰ ਮਾਇਆ ਦੇ ਚੱਕਰਾਂ 'ਚ ਐਸਾ ਫਸਿਆ ਹੋਇਆ ਕਿ ਤੂੰ ਪਰਮਾਤਮਾ ਨੂੰ ਭੁੱਲ ਗਿਆ। ਪਰ ਇੱਕ ਗੱਲ ਯਾਦ ਰੱਖ, ਤੈਨੂੰ ਸੰਤ ਪੁਰਸ਼ ਵੀ ਬਾਰ-ਬਾਰ ਸਮਝਾਉਣ ਵਾਸਤੇ ਉਦਾਹਰਨਾਂ ਦਿੰਦੇ ਹੈ, ਤੈਨੂੰ ਗੁਰੂ ਸਾਹਿਬ ਵੀ ਸਮਝਾਉਂਦੇ ਹੈ, ਤੈਨੂੰ ਪਰਉਪਕਾਰੀ ਜੀਵ ਜਿਹੜੇ ਇਸ ਸੰਸਾਰ ਦੇ ਉੱਤੇ ਆਉਂਦੇ ਆ ਉਹ ਵੀ ਹੋਕਾ ਦੇ ਕੇ ਬਾਰ-ਬਾਰ ਸਮਝਾਉਂਦੇ ਆ, ਭਾਈ ਪਰਮਾਤਮਾ ਦਾ ਨਾਮ ਸਿਮਰਨ ਕਰੋ, ਪਰਮਾਤਮਾ ਦਾ ਨਾਮ ਜਪੋ, ਪਰਮਾਤਮਾ ਦੇ ਨਾਮ ਦੇ ਵਿੱਚ ਹੀ ਅੰਮ੍ਰਿਤ ਹੈ, ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸੁੱਖ ਹੈ। ਜੇ ਸੁਖੀ ਜੀਵਨ ਜੀਣਾ ਹੈ ਤਾਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹੋ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ,
कट कट में हर जू बसै, संतन कयो पुकार। कट कट दे विच, हर शरीर दे विच, हर मनुख दे जामे दे विच ਉਹ परम पिता परमात्मा आत्म रूप हो के बस रहा है। पर उस दी प्राप्ति करन दी लोड़ है, उस दी सेवा करके, उस नूं किसी भी तरीके नाल खुश करके उस नूं अपना कर लेना, अपने हिरदे दे विच उस दा प्यार वसा लेना। तो साध संगत जी, एक उदाहरण देण दी विचार आप जी नाल असीं करदे हां कि भाई गुरमुख प्यारिया, कदे गुलाब दे फुੱਲ नूं वेखिआ तूं? ਜਦੋਂ इस संसार ਦੇ ਵਿੱਚ ਬਾਗ ਦੇ ਵਿੱਚ ਗੁਲਾਬ ਦਾ ਫੁੱਲ ਖਿਲਦਾ ਹੈ ਨਾ, ਤੇ ਉਦੋਂ ਸੰਸਾਰ ਦੇ ਸਾਰੇ ਮਨੁੱਖ ਜਿਹੜੇ ਹੈ ਇਸ ਗੁਲਾਬ ਦੇ ਫੁੱਲ ਨੂੰ ਦੇਖ ਕੇ ਖੁਸ਼ ਹੁੰਦੇ ਹੈ, ਖੁਸ਼ਬੂਆਂ ਲੈਂਦੇ ਹੈ, ਕੋਲ ਦੀ ਟੱਪਦੇ ਹੈ, ਉਸ ਨੂੰ ਮਹਿਕਾਂ ਦੀ ਸੁਗੰਧੀ ਆਉਂਦੀ ਹੈ, ਮਹਿਕ ਆਉਂਦੀ ਹੈ। ਔਰ ਉਹ ਗੁਲਾਬ ਦਾ ਫੁੱਲ ਜਿਹੜਾ ਹੈ ਕਿਸੇ ਦਾ ਵਿਸ਼ੇਸ਼ ਕਰਕੇ ਧਿਆਨ ਨਾ ਕਰਦਾ ਹੋਇਆ ਸਭ ਨੂੰ ਬਰਾਬਰ ਦਾ ਆਪਣੀਆਂ ਖੁਸ਼ਬੂਆਂ ਵੰਡਦਾ ਹੈ, ਬਰਾਬਰ ਦਾ ਆਪਣਾ ਪਿਆਰ ਵੰਡਦਾ ਹੈ, ਬਰਾਬਰ ਦੀਆਂ ਖੁਸ਼ੀਆਂ ਵੰਡਦਾ ਹੈ। ਔਰ ਇੱਥੋਂ ਤੀਕਰ ਕਿ ਰੰਗ ਵੀ ਜਿਹੜਾ ਹੈ, ਜਦੋਂ ਗੁਲਾਬ ਦਾ ਫੁੱਲ ਖਿੜਿਆ ਹੋਵੇ ਤੇ ਗੁਲਾਬ ਦਾ ਰੰਗ ਜਿਹੜਾ ਹੈ ਉਹ ਵੀ ਲੋਕਾਂ ਦੇ ਮਨਾਂ ਨੂੰ ਮੋਹਿਤ ਕਰਦਾ ਹੈ, ਖੁਸ਼ ਕਰਦਾ ਹੈ। ਇਹ ਗੁਲਾਬ ਦਾ ਕਰਮ ਹੈ। ਗੁਲਾਬ ਨੇ परम पिता परमात्मा ਦੇ ਹੁਕਮ ਨਾਲ, ਕਿਉਂਕਿ ਗੁਲਾਬ ਵੀ ਇੱਕ ਜੀਵ ਹੈ, ਸਾਡੇ ਵਰਗਾ ਮਨੁੱਖ ਹੀ ਜੀਵ ਹੈ ਨਾ ਜਿਹੜਾ, ਇਸੇ ਤਰ੍ਹਾਂ ਹੀ ਗੁਲਾਬ ਵੀ ਜੀਵ ਹੈ। ਔਰ ਜੀਵ ਜਿਹੜਾ ਹੈ ਗੁਲਾਬ, ਉਹ ਆਪਣਾ ਕਰਮ ਕਰ ਰਿਹਾ, ਸੇਵਾ ਕਰ ਰਿਹਾ, ਕਰਮ ਕਰ ਰਿਹਾ, ਪਰ ਕਰ ਰਿਹਾ ਨਿਹਕਰਮੀ ਹੋ ਕੇ। ਕਿਸੇ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਕੋਈ ਵਿਰੋਧ ਨਹੀਂ, ਕਿਸੇ ਨਾਲ ਕੋਈ ਵਿਤਕਰਾ ਨਹੀਂ, ਕਿਸੇ ਨਾਲ ਕੋਈ ਵਾਧਾ ਨਹੀਂ, ਕਿਸੇ ਨਾਲ ਕੋਈ ਘਾਟਾ ਨਹੀਂ, ਕਿਸੇ ਨਾਲ ਕੋਈ ਮਨ ਦੇ ਵਿੱਚ ਰੰਜਿਸ਼ ਨਹੀਂ ਹੈ। ਜੋ ਕੋਈ ਆਵੇ ਉਸ ਦੀ ਸੁਗੰਧ ਨੂੰ ਪ੍ਰਾਪਤ ਕਰ ਸਕਦਾ ਹੈ, ਜੋ ਕੋਈ ਆਵੇ ਉਸ ਦੀਆਂ ਖੁਸ਼ੀਆਂ ਲੈ ਸਕਦਾ ਹੈ, ਜੋ ਕੋਈ ਆਵੇ ਉਸ ਦੇ ਰੰਗ ਨੂੰ ਦੇਖ ਕੇ ਆਪਣੇ ਮਨ ਨੂੰ ਖੁਸ਼ ਕਰ ਸਕਦਾ ਹੈ, ਜੋ ਵੀ ਆਵੇ ਉਹ ਖੁਸ਼ਬੂਆਂ ਲੈ ਕੇ, ਆਪਣੀ ਸੁਗੰਧੀ ਲੈ ਕੇ ਆਪਣੇ ਜੀਵ ਨੂੰ ਆਨੰਦਿਤ ਕਰ ਸਕਦਾ। ਇਹ ਗੁਲਾਬ ਦਾ ਕਰਮ ਹੈ, ਨਿਹਕਰਮ ਹੋ ਕੇ ਉਹ ਸੇਵਾ ਕਰ ਰਿਹਾ ਹੈ ਇਸ ਇੱਕ ਤੋਂ ਅਨੇਕ ਹੋਏ परम पिता परमात्मा ਦੀ। ਕਿਉਂਕਿ ਘੱਟ ਘੱਟ में ਹਰ ਸੰਸਾਰ ਦੇ ਹਰ ਬੰਦੇ ਦੇ ਵਿੱਚ ਪਰਮਾਤਮਾ ਵਸਿਆ ਹੋਇਆ। ਸੰਤਾਂ ਨੇ ਇਹ ਗੱਲ ਕੀਤੀ ਹੋਈ ਹੈ। ਤੇ ਇਸ ਕਰਕੇ ਜਦੋਂ ਅਸੀਂ ਇਸ ਸੰਸਾਰ ਦੀ ਸੇਵਾ ਕਰਦੇ ਹਾਂ ਨਾ, ਸੰਸਾਰ ਵੀ ਕੀ ਹੈ? ਸੰਗਤ ਰੂਪ ਹੈ। ਸਤ ਸੰਗਤ ਹਰ ਪ੍ਰਭ ਵਸੈ ਜੀਓ, सत संगत मिलै सो तरिया, सतगुर की सेवा सफल है, जे को करे चित लाए। ते सतगुरु जिहड़ा है ना, वो संसार दे विच ही वसिया होया, संगत दे विच ही वसिया होया। परम पिता परमात्मा सतसंगत दे विच वसिया होया है। तो साध संगत जी, संगत दी सेवा जे असीं किते साध पुरख हो के, गुरमुख हो के, सेवा निहकामी हो के, ਕਿਸੇ ਦਾ ਵਿਤਕਰਾ ਨਾ ਰੱਖਦੇ ਹੋਏ ਸੰਸਾਰ ਦੇ ਲੋਕਾਂ ਨਾਲ ਅਸੀਂ ਪਿਆਰ ਦਾ ਅਨੁਭਵ ਕਰੀਏ, ਸੁੱਖਾਂ ਦਾ ਅਨੁਭਵ ਕਰੀਏ, ਖੁਸ਼ੀਆਂ ਨੂੰ ਵੰਡੀਏ, ਸੇਵਾ ਨੂੰ ਵੰਡੀਏ। ਔਰ ਹੋ ਸਕੇ ਤੇ ਇੱਕ ਲੋੜਵੰਦਾਂ ਨੂੰ ਆਪਣੇ ਕਮਾਏ ਹੋਏ, ਆਪਣੇ ਕੀਤੇ ਹੋਏ ਚੋਂ ਕੱਢ ਕੇ ਦਸਵੰਧ ਵੀ ਬਖਸ਼ਿਸ਼ ਕਰੀਏ ਉਹਨਾਂ ਨੂੰ ਪਰਮਾਤਮਾ ਦੀ ਸੇਵਾ ਸਮਝ ਕੇ। ਤੇ ਫਿਰ ਮਨ ਦੇ ਵਿੱਚ ਕੋਈ ਐਸਾ ਵਿਚਾਰ ਨਾ ਰੱਖੀਏ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਹੈ, ਸਾਨੂੰ ਕਿਸੇ ਚੀਜ਼ ਦੀ, ਸਾਨੂੰ ਕਿਸੇ ਵਸਤ ਦੀ, ਸਾਨੂੰ ਕਿਸੇ ਪੈਸੇ ਦੀ, ਸਾਨੂੰ ਕਿਸੇ ਹੋਰ ਐਵਜ ਦੇ ਵਿੱਚ ਕੋਈ ਬਖਸ਼ਿਸ਼ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਹੋਵੇ। ਐਸਾ ਬਿਲਕੁਲ ਨਾ ਮਨ ਦੇ ਵਿੱਚ ਸੋਚੋ ਔਰ ਨਿਹਕਰਮ ਹੋ ਕੇ ਸੇਵਾ ਕਰੋ। ਤੇ ਗੁਰੂ ਸਾਹਿਬ ਕਹਿੰਦੇ ਆ, ਭਾਈ ਤੁਹਾਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਇਸ ਕਰਕੇ ਸਾਧ ਸੰਗਤ, ਹੇਗ ਮਨੁੱਖ, ਤੂੰ ਇੱਕ ਵਾਰੀ ਬੰਦਾ ਹੈ। ਬੰਦਾ ਜਿਹੜਾ ਹੈ, ਜੇ ਗੁਲਾਬ ਦਾ ਫੁੱਲ ਬਣ ਕੇ ਗੁਲਾਬ ਦੀ ਤਰ੍ਹਾਂ ਸੇਵਾ ਕਰੇ, ਸੰਸਾਰ ਦੇ ਲੋਕਾਂ ਦੀ ਏਕ ਤੋਂ ਅਨੇਕ ਹੋਏ
परमात्मा दी सत संगत दी, क्योंकि एक तो अनेक संगत हुंदी है। परमात्मा दे जीव है जिहड़े मनुख है, भई प्राप्त मानक दे रिया, इन्हां नूं मानक देही इस करके मिणी है कि परमात्मा दा ये नाम सिमरन करना, और परमात्मा ही आप ही इस देही दे विच विराजमान और आप ही अपना सिमरन आप कर रहा है। तो साध संगत जी, जदों असीं ये कोशिश करते हैं कि इस सत संगत दे विच परमात्मा जिहड़ा वसदा उस नूं ध्यान रख के जदों असीं सत संगत दी सेवा करते हैं, उदों साडे ते परम पिता परमात्मा खुश हो जाता है और सानू परम पिता परमात्मा निहाल कर दिंदा है, नदरी नदर निहाल कर दिंदा है, साडे मन दीआं इच्छावां पूरी कर दिंदा है। सर्व सुखां का दाता जिहड़ा है वो सानू सब सुख दे के सानू अपना बना लैंदा है, सानू अपने चरण शरण दे विच बाह फड़ के अपना आप ही नाम जपाउंदा है, अपना आप ही प्यार बख्शदा है, अपना आप ही उस दियां लोड़ां पूरा करदा है, अपने आप ही उस दे हर कारज नूं सवारन दी कोशिश करदा है। जो गुरमुख प्यारा परमात्मा दा प्यारा हो जाता, परम पद की प्राप्ति कर लैंदा और परमात्मा उस ते मेहरबान होकर उसनूं सदा अपने अंग संग सदा अपनी शरण दे विच उसनूं निवास बख्श दिंदा है। तो साध संगत जी, इस तरह दे नाल हे मनुख, जे किते तू गुलाब की तरह इस संसार दे संगत दे विच संगत दे लोकां दी सेवा करें तो फिर तैनूं भी परम पिता परमात्मा की प्राप्ति हो सकती है, तैनूं भी परम पिता परमात्मा के दर्श दारे हो सकते हैं। कदे गुलाब का फुल बन के, हे बंदिया तू बन के वेख तो सही, कदे गुलाब फुल वर्गे कर्म करके वेख तो सही, कदे अपने जीवन दीयां खुशियां लोकां नूं वंड के वेख तो सही, कदे अपने कर्म नूं लोकां नूं समर्पित करके लोड़वंद नूं समर्पित करके वेख तो सही। गुलाब की नकल करके ही देख लै, गुलाब का उदाहरण लैके ही तू ऐसे कर्म कर जिन्हां दे नाल संसार का भला हो जाए, जिन्हां दे नाल सतसंगत की सेवा हो सके, जिन्हां दे नाल परमात्मा का प्यार सानू प्राप्त हो सके। ऐसे कर्म कर हे बंदिया, गुलाब की रीस कर लै, तू गुलाब बन के वेख लै एक बारी। तो साध संगत जी, इन्नियां विचारां करदा होया दास क्षमा दा जाचक है। वाहिगुरू जी का खालसा, वाहिगुरू जी की फतेह।